ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਗੁਰੂ ਪਿਆਰਿਓ, ਜੋ ਆਪਾਂ ਭਗਤ ਕਬੀਰ ਜੀ ਦੀ ਜਨਮ ਸਾਖੀ ਵਿੱਚੋਂ ਜੋ ਪਹਿਲਾਂ ਵਿਚਾਰ ਕੀਤੀ ਸੀ ਕਿ ਪੰਡਤਾਂ ਤੇ ਭਗਤ ਕਬੀਰ ਜੀ ਦੇ ਵਿਚਕਾਰ ਜੋ ਜਾਤ ਪਾਤ ਦੇ ਆਧਾਰ ਤੇ ਵਿਚਾਰ ਹੋਏ ਸਨ, ਆਪਾਂ ਉੱਥੋਂ ਤੱਕ ਵਿਚਾਰ ਕੀਤੀ ਸੀ ਜੋ ਭਗਤ ਕਬੀਰ ਜੀ ਨੇ ਪੰਡਤ ਮੁਕੰਦੇ ਤੇ ਹੋਰਨਾਂ ਨਾਲ ਵਿਚਾਰ ਕੀਤੀ ਕਿ ਭਾਈ ਪਰਮਾਤਮਾ ਦੇ ਸਾਰੇ ਜੀਵ ਇੱਕੋ ਜਿਹੇ ਹਨ, ਕੋਈ ਪੰਡਤ ਨਹੀਂ, ਕੋਈ ਸ਼ੂਦਰ ਨਹੀਂ। ਸੋ ਆਪਾਂ ਉਸ ਤੋਂ ਅੱਗੇ ਵਿਚਾਰ ਕਰੀਏ ਕਿ ਪੰਡਤ ਕਬੀਰ ਨੂੰ ਬੁਰਾ ਭਲਾ ਬੋਲਦੇ ਜੋ ਚਲੇ ਗਏ। ਪੰਡਤ ਮੁੜ ਕੇ ਗੰਗਾ ਵਿੱਚ ਇਸ਼ਨਾਨ ਕਰਨ ਵਾਸਤੇ ਤੁਰ ਪਿਆ। ਭੁੱਲੇ ਬ੍ਰਾਹਮਣ ਨੂੰ ਰਾਹੇ ਪਾਉਣ ਵਾਸਤੇ ਕਬੀਰ ਦੇ ਰਾਮ ਨੇ ਕਬੀਰ ਜੀ ਦੀ ਸਹਾਇਤਾ ਕੀਤੀ। ਜਦੋਂ ਮੁਕੰਦਾ ਪੰਡਤ ਗੰਗਾ ਵਿੱਚ ਇਸ਼ਨਾਨ ਕਰਨ ਲੱਗਾ ਤਾਂ ਉਹ ਪਰਮੇਸ਼ਵਰ ਨੇ, ਉਸ ਭਗਵਾਨ ਨੇ ਮਾਇਆ ਦੇ ਬਲ ਨਾਲ ਕਬੀਰ ਨੂੰ ਮੁਕੰਦੇ ਦੇ ਨਾਲ ਇਸ਼ਨਾਨ ਕਰਦਿਆਂ ਹੋਇਆ ਦਿਖਾ ਦਿੱਤਾ। ਭਾਵ ਕਿ ਉਸ ਮੁਕੰਦੇ ਪੰਡਤ ਨੂੰ ਵਾਰ-ਵਾਰ ਕਬੀਰ ਆਪਣੇ ਪਰਛਾਵੇਂ ਵਾਂਗੂ ਦਿਸਣ ਲੱਗਾ। ਉਸ ਦੀ ਸੁਰਤ ਦੇ ਵਿੱਚ ਕਬੀਰ ਹੀ ਕਬੀਰ ਦਿਸਣ ਲੱਗਾ। ਉਸ ਨੂੰ ਐਂ ਲੱਗਾ ਕਿ ਜਿਵੇਂ ਕਬੀਰ ਜੀ ਮੇਰੇ ਨਾਲ ਇਸ਼ਨਾਨ ਕਰਦੇ ਹਨ। ਜੇ ਤੁਰਦਾ ਹੈ ਕਬੀਰ ਜੀ ਮੇਰੇ ਨਾਲ ਤੁਰਦੇ ਹਨ, ਜੇ ਪ੍ਰਸ਼ਾਦਾ ਛਕਦਾ ਹੈ ਕਬੀਰ ਜੀ ਮੇਰੇ ਨਾਲ ਪ੍ਰਸ਼ਾਦਾ। ਭਾਵ ਕਿ ਸੁਰਤ ਦੇ ਵਿੱਚ ਕਬੀਰ ਹੀ ਕਬੀਰ ਦਿਸਣ ਲੱਗਾ। ਤਾਂ ਇਹ ਦੇਖ ਕੇ ਮੁਕੰਦਾ ਘਬਰਾ ਗਿਆ, ਹੱਥ ਪੈਰ ਮਾਰ ਲੱਗਾ, ਰੌਲਾ ਪਾਉਣ ਲੱਗਾ। ਜੇ ਮੁਕੰਦੇ ਨੇ ਦੂਸਰੇ ਪਾਸੇ ਧਿਆਨ ਮਾਰਿਆ ਤਾਂ ਉਧਰ ਵੀ ਕਬੀਰ ਖਲੋਤਾ ਉਸ ਨੂੰ ਦਿਸ ਰਿਹਾ ਸੀ, ਜੋ ਕਬੀਰ ਹੱਸ ਰਿਹਾ ਹੈ। ਜਿੱਧਰ ਵੀ ਦੇਖੇ ਉਧਰ ਕਬੀਰ ਹੀ ਕਬੀਰ ਨਜ਼ਰ ਆਉਣ ਲੱਗਾ। ਭਾਵ ਕਿ ਮੁਕੰਦੇ ਪੰਡਤ ਦੀ ਸੁਰਤ ਦੇ ਵਿੱਚ ਕਬੀਰ ਹੀ ਇਕੱਲਾ ਘੁੰਮ ਰਿਹਾ ਸੀ। ਮੁਕੰਦਾ ਹੈਰਾਨ ਹੋ ਕੇ ਘਬਰਾ ਗਿਆ। ਉਹ ਤਰਲੋ ਮੱਛੀ ਹੁੰਦਾ ਹੋਇਆ ਜਦੋਂ ਪਾਣੀ ਵਿੱਚੋਂ, ਗੰਗਾ ਵਿੱਚੋਂ ਬਾਹਰ ਨਿਕਲ ਲੱਗਾ ਤਾਂ ਉਸ ਦਾ ਪੈਰ ਫਿਸਲ ਗਿਆ, ਤਿਲਕ ਗਿਆ ਤੇ ਉਹ ਧੌਣ ਪਰਨੇ ਗੰਗਾ ਵਿੱਚ ਡਿੱਗ ਪਿਆ। ਉਸ ਵੇਲੇ ਕਬੀਰ ਰੂਪ ਬ੍ਰਾਹਮਣ ਨੇ ਉਸ ਨੂੰ ਬੋਚ ਲਿਆ ਤੇ ਖੜਾ ਕਰਕੇ ਆਖਿਆ ਕਿ ਹੇ ਮੁਕੰਦੇ, ਤੂੰ ਦਿਲ ਦਾ ਵਹਿਮ ਛੱਡ ਦੇ। ਹਰ ਮਨੁੱਖ ਹੈ। ਇਨਸਾਨ ਮਰਦ ਇੱਕ ਜਾਤ ਹੈ। ਸਭ ਪ੍ਰਮਾਤਮਾ ਦੇ ਬਣਾਏ ਹੋਏ ਇਨਸਾਨ ਹਨ। ਜਾਤ ਕਰਕੇ ਕੋਈ ਸ਼ੂਦਰ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਕਬੀਰ ਜੀ ਦੇ ਕੋਲ ਜਾ ਕੇ ਉਸ ਤੋਂ ਮਾਫੀ ਮੰਗ ਲਓ। ਉਸ ਨਾਲ ਗਿਆਨ ਚਰਚਾ ਕਰਕੇ ਪ੍ਰਮਾਤਮਾ ਦੀ ਵਡਿਆਈ ਕਰੋ। ਜੋ ਸੱਚ ਮੁਕੰਦੇ ਦੇ ਮਨ ਤੇ ਨਾ ਬੈਠਾ, ਉਹ ਗੁੱਸੇ ਨਾਲ ਭਰਿਆ ਪੀਤਾ ਘਰ ਵੱਲ ਨੱਠ ਉੱਠਿਆ। ਉਹ ਘਰ ਗਿਆ ਤਾਂ ਉਸ ਨੂੰ ਪੂਜਾ ਪਾਠ ਤੇ ਖਾਣਾ ਪੀਣਾ ਸਭ ਭੁੱਲ ਗਿਆ। ਸਿਰਫ ਕਬੀਰ ਹੀ ਕਬੀਰ ਉਸ ਨੂੰ ਦਿਸਣ ਲੱਗਾ। ਉਹ ਕਬੀਰ ਜੀ ਨੂੰ ਆਪ ਮੁਹਾਰੇ ਗਾਲਾਂ ਦੇਈ ਜਾਣ ਲੱਗਾ। ਜਿੱਧਰ ਵੀ ਦੇਖੇ ਉਸ ਨੂੰ ਕਬੀਰ ਹੀ ਨਜ਼ਰ ਆਉਣ ਲੱਗਾ ਔਰ ਕਬੀਰ ਨੂੰ ਬੁਰਾ ਭਲਾ ਕਹਿਣ ਲੱਗਾ। ਪੰਡਤਾਨੀ ਨੇ ਉਸ ਨੂੰ ਕੁਝ ਧੀਰਜ ਦਵਾਈ, ਸਤਿਕਾਰ ਨਾਲ ਬਿਠਾਇਆ, ਭੋਜਨ ਛਕਣ ਦੀ ਪ੍ਰੇਰਨਾ ਕੀਤੀ। ਉਹ ਬੈਠ ਗਿਆ। ਜਦੋਂ ਉੱਠਿਆ ਥਾਲੀ ਚੁੱਕ ਕੇ ਸੁੱਟ ਦਿੱਤੀ ਤੇ ਚੌਂਤਰੇ ਤੋਂ ਬਾਹਰ ਆ ਕੇ ਰੌਲਾ ਪਾਉਣ ਲੱਗਾ ਕਿ ਇਹ ਕਬੀਰ ਜੀ ਨੂੰ ਗਾਲਾਂ ਕੱਢੀ ਜਾਣ ਲੱਗਾ। ਉਸ ਦੀ ਇਹ ਹਾਲਤ ਦੇਖ ਕੇ ਉਹਦੇ ਘਰ ਵਾਲੀ ਬ੍ਰਾਹਮਣੀ ਹੈਰਾਨ ਹੀ ਨਾ ਹੋਈ, ਸਗੋਂ ਬਹੁਤ ਹੀ ਡਰ ਗਈ ਸੀ। ਉਸਨੇ ਇਹ ਸਮਝਿਆ ਕਿ ਉਸਦੇ ਪਤੀ ਨੂੰ ਸਰਸ਼ਾਮ ਹੋ ਗਿਆ ਤੇ ਪਾਗਲ ਹੋ ਗਿਆ ਹੈ। ਉਸ ਨੂੰ ਵਿਪਤਾ ਪੈ ਗਈ। ਉਹ ਘਾਬਰ ਕੇ ਪੁੱਛਣ ਲੱਗੀ, ਘਬਰਾ ਗਈ
ਤੇ ਆਖਣ ਲੱਗੀ ਕਿ ਕੀ ਗੱਲ ਹੋਈ ਹੈ? ਕਬੀਰ ਜੀ ਨੂੰ ਕਿਉਂ ਗਾਲਾਂ ਕੱਢੀ ਜਾਂਦੇ ਹੋ? ਉਹ ਤਾਂ ਪ੍ਰਭੂ ਦਾ ਭਗਤ ਹੈ, ਉਹ ਤਾਂ ਰਾਮ ਦਾ ਪਿਆਰਾ ਹੈ। ਤਾਂ ਪੰਡਤ ਮੁਕੰਦਾ ਕਹਿਣ ਲੱਗਾ, ਕਬੀਰ ਨੂੰ ਮੈਂ ਗਾਲਾਂ ਨਾ ਕੱਢਾਂ ਤਾਂ ਹੋਰ ਕੀ ਕਰਾਂ? ਮੇਰੇ ਨਾਲ ਬੈਠਾ ਰੋਟੀ ਖਾ ਰਿਹਾ ਸੀ। ਨੀਚ ਜਾਤ ਮੇਰੇ ਨਾਲ ਲੱਗਦਾ ਹੈ, ਮੇਰਾ ਖਹਿੜਾ ਨਹੀਂ ਛੱਡਦਾ। ਜਦੋਂ ਮੁਕੰਦੇ ਨੇ ਇਹ ਸ਼ਬਦ ਆਖਿਆ ਤਾਂ ਪੜਤਾਣੀ ਦੀ ਤਾਂ ਖਾਨਿਓ ਹੀ ਨਿਕਲ ਗਈ। ਭਾਵ ਕਿ ਉਹਦੇ ਦਿਮਾਗ ਵਿੱਚ ਕੋਈ ਗੱਲ ਨਾ ਆਵੇ ਕਿ ਮੈਂ ਇਸ ਨੂੰ ਕਿਵੇਂ ਸਮਝਾਵਾਂ, ਇਹ ਕੀ ਕਹਿ ਰਿਹਾ ਹੈ। ਕਬੀਰ ਦਿਸਦਾ ਨਹੀਂ, ਇਹ ਕਹਿੰਦਾ ਕਬੀਰ ਨੇ ਮੇਰੇ ਨਾਲ ਰੋਟੀ ਖਾਧੀ ਹੈ। ਫਿਰ ਉਹ ਆਖਣ ਲੱਗੀ, ਹੇ ਪਤੀ ਭਗਵਾਨ ਜੀ, ਇਹ ਕੀ ਮਾਇਆ ਵਰਤੀ? ਇਹ ਤਾਂ ਲੱਗਦਾ ਹੈ ਪਾਗਲ ਹੋ ਗਿਆ ਹੈ। ਮੈਂ ਬੈਠੀ ਸਾਂ ਤੇਰੇ ਕੋਲ ਜਦੋਂ ਤੁਸੀਂ ਰੋਟੀ ਖਾ ਰਹੇ ਸੀ, ਨਾ ਕਿ ਕਬੀਰ ਆਇਆ। ਕਬੀਰ ਤਾਂ ਆਪਣੇ ਘਰੇ ਵੀ ਨਹੀਂ ਆਇਆ, ਨਾ ਉਸ ਦਾ ਪਰਛਾਵਾਂ। ਮੈਂ ਹੀ ਇਕੱਲੀ ਸੀ। ਇਹ ਕੀ ਤੁਸੀਂ ਆਖੀ ਜਾਂਦੇ ਹੋ? ਇਹ ਤੁਹਾਡਾ ਵਹਿਮ ਹੈ, ਤੁਹਾਡੇ ਮਨ ਦਾ ਭੁਲੇਖਾ ਹੈ। ਇਹ ਸੁਣ ਕੇ ਮੁਕੰਦਾ ਕੱਪੜਿਆਂ ਤੋਂ ਬਾਹਰ ਹੁੰਦਾ ਹੋਇਆ ਤੇ ਬੜੇ ਕ੍ਰੋਧ ਨਾਲ ਆਖਣ ਲੱਗਾ, ਤੈਨੂੰ ਨਹੀਂ ਦਿਸਦਾ ਤੂੰ ਅੰਨੀ ਹੈ। ਕਬੀਰ ਮੇਰੇ ਨਾਲ ਬੈਠਾ ਰੋਟੀ ਖਾ ਰਿਹਾ ਸੀ, ਮੇਰੇ ਕੋਲ ਖਲੋਤਾ ਹੁਣ ਵੀ ਕਬੀਰ ਹੀ ਹੈ। ਪਰਛਾਵੇਂ ਵਾਂਗ ਮੇਰੇ ਨਾਲ ਨਾਲ ਚਿੰਬੜਿਆ ਫਿਰਦਾ ਹੈ। ਮੈਂ ਕੀ ਕਰਾਂ? ਕਬੀਰ ਸ਼ੂਦਰ ਹੈ। ਤੂੰ ਉਸ ਚੜੇਲੇ ਨੂੰ ਨਹੀਂ ਜਾਣਦੀ, ਉਹ ਮਾਇਆ ਵੀ ਹੈ। ਤਾਂ ਪੜਤਾਣੀ ਜੀ ਕਹਿਣ ਲੱਗੀ, ਕੀ ਤੁਸੀਂ ਉਹਦੇ ਨਾਲ ਅੱਜ ਕੁਝ ਝਗੜਾ ਤਾਂ ਨਹੀਂ ਕਰਕੇ ਆਏ? ਕੋਈ ਲੜ ਬੋਲ ਪਏ ਤਾਂ ਨਹੀਂ ਪਏ ਸੀ? ਤਾਂ ਪੰਡਤ ਮੁਕੰਦਾ ਕਹਿਣ ਲੱਗਾ, ਹਾਂ, ਉਹ ਸਵੇਰੇ ਮੇਰੇ ਮੱਥੇ ਲੱਗਾ ਸੀ ਜਦੋਂ ਮੈਂ ਇਸ਼ਨਾਨ ਕਰਕੇ ਵਾਪਸ ਆ ਰਿਹਾ ਸੀ। ਇੱਕ ਵਾਰੀ ਨਹੀਂ, ਕਈ ਵਾਰ ਉਹ ਮੇਰੇ ਮੱਥੇ ਲੱਗਦਾ ਸੀ। ਜਦੋਂ ਮੈਂ ਇਸ਼ਨਾਨ ਕਰਕੇ ਆਉਂਦਾ ਸੀ ਉਦੋਂ ਮੇਰੇ ਮੱਥੇ ਲੱਗ ਜਾਂਦਾ ਸੀ। ਤਾਂ ਉਸ ਪੰਡਤਾਨੀ ਨੇ ਕਿਹਾ ਕਿ ਉਸ ਕੋਲੋਂ ਤੁਸੀਂ ਖਿਮਾ ਮੰਗ ਲਵੋ। ਉਹ ਹਰੀ ਦਾ, ਉਹ ਪ੍ਰਮਾਤਮਾ ਦਾ, ਉਹ ਰਾਮ ਦਾ ਭਗਤ ਹੈ। ਪ੍ਰਮਾਤਮਾ ਉਸ ਦੀ ਸੁਣਦਾ ਹੈ। ਤਾਂ ਮੁਕੰਦਾ ਕਹਿਣ ਲੱਗਾ ਕਿ ਹੈਂ, ਇਹ ਕੀ ਆਖਿਆ? ਬ੍ਰਾਹਮਣ ਸ਼ੂਦਰ ਕੋਲੋਂ ਮੈਂ ਮਾਫੀ ਮੰਗਾ, ਮੈਂ ਖਿਮਾ ਮੰਗਾ? ਕਿ ਬ੍ਰਾਹਮਣ ਸ਼ੂਦਰ ਕੋਲੋਂ ਮਾਫੀ ਮੰਗੇ? ਇਹ ਕਿਵੇਂ ਹੋ ਸਕਦਾ ਹੈ? ਮੈਂ ਬ੍ਰਾਹਮਣ, ਉਹ ਸ਼ੂਦਰ ਹੈ। ਬ੍ਰਾਹਮਣ ਸ਼ੂਦਰ ਦੀ ਪੈਰੀ ਪਵੇ, ਇਹ ਨਹੀਂ ਹੋ ਸਕਦਾ। ਹੇ ਪ੍ਰਭੂ, ਕਲਯੁਗ ਹਨੇਰ ਛਾ ਗਿਆ, ਇਹ ਨਹੀਂ ਹੋ ਸਕਦਾ। ਮੈਂ ਕਬੀਰ ਦਾ ਸਿਰ ਪਾੜ ਦੇਵਾਂਗਾ, ਮੈਂ ਕਬੀਰ ਨੂੰ ਜਾਨੋਂ ਮਾਰ ਦੇਵਾਂਗਾ। ਪਰੇ ਹਟ ਜਾ, ਮੈਂ ਉਹਨੂੰ ਮਾਰ ਦਿਆਂਗਾ। ਮੇਰੀਆਂ ਅੱਖਾਂ ਕਬੀਰ ਨੂੰ ਨਹੀਂ ਦੇਖ ਰਹੀਆਂ, ਉਸ ਨੂੰ ਦੇਖ ਨਹੀਂ ਸਕਦੀਆਂ। ਜਦੋਂ ਦੇਖਦਾ ਹਾਂ ਤਾਂ ਮੈਨੂੰ ਕ੍ਰੋਧ ਪੈਦਾ ਹੁੰਦਾ ਹੈ, ਮੈਂ ਉਸ ਨੂੰ ਮਾਰ ਦਿਆਂਗਾ। ਇਹ ਸ਼ੂਦਰ ਹੈ, ਬ੍ਰਾਹਮਣ ਨਹੀਂ ਬਣ ਸਕਦਾ। ਇਹ ਆਖ ਕੇ ਮੁਕੰਦਾ ਬਾਹਰ ਨੂੰ ਚੱਲਿਆ ਤੇ ਹੱਥ ਦੇ ਵਿੱਚ ਇੱਕ ਪੱਥਰ ਲੈ ਲਿਆ, ਵੱਟਾ ਲੈ ਲਿਆ। ਅਨੋਖੀ ਹੀ ਗੱਲ ਹੋਈ। ਅੱਗੇ ਅੱਗੇ ਪੰਡਤ ਮੁਕੰਦਾ ਤੇ ਪਿੱਛੇ ਪਿੱਛੇ ਉਸ ਦੀ ਇਸਤਰੀ ਦੋਵੇਂ ਤਨ ਤੋੜ ਨੱਸੇ ਜਾਂਦੇ ਸਨ। ਉਸ ਦੀ ਇਸਤਰੀ ਨੇ ਰੌਲਾ ਪਾਇਆ, ਇਸ ਨੂੰ ਫੜ ਲਓ, ਇਸ ਨੂੰ ਫੜ ਲਓ, ਮੇਰਾ ਪਤੀ ਪਾਗਲ ਹੋ ਗਿਆ ਹੈ। ਫੜੋ ਵੇ ਲੋਕੋ, ਇਹ ਪਾਗਲ ਹੋ ਗਿਆ ਹੈ, ਕਿਸੇ ਦਾ ਖੂਨ ਕਰ ਦੇਵੇਗਾ। ਮੈਂ ਤਾਂ ਤਤੜੀ ਕੀ ਕਰਾਂਗੀ, ਇਸ ਨੂੰ ਫੜ ਲਓ। ਇਸਤਰੀ ਦੇ ਰੌਲੇ ਨੂੰ ਸੁਣ ਕੇ ਪੰਡਤ ਮੁਕੰਦੇ ਦੇ ਪਿੱਛੇ ਲੋਕ ਦੌੜ ਪਏ। ਇਸਤਰੀ ਦੇ ਰੌਲੇ ਨੂੰ ਸੁਣ ਕੇ ਪੰਡਤ ਮੁਕੰਦੇ ਦੇ ਪਿੱਛੇ ਲੋਕ ਦੌੜ ਪਏ, ਭੱਜ ਪਏ। ਲੋਕਾਂ ਨੂੰ ਪਿੱਛੇ ਆਉਂਦਿਆਂ ਦੇਖ ਕੇ ਮੁਕੰਦਾ ਹੋਰ ਵੀ ਜ਼ੋਰ ਨਾਲ ਭੱਜਣ ਲੱਗਾ। ਨੱਸਦੇ ਦੀ ਧੋਤੀ ਖੁੱਲ ਗਈ। ਉਸ ਨੂੰ ਇਕੱਠੀ ਕਰਦਾ ਹੋਇਆ ਫਿਰ ਵੀ ਭੱਜਿਆ ਜਾ ਰਿਹਾ ਸੀ। ਰੌਲਾ ਪੈ ਗਿਆ,
ਪੰਡਤ ਮੁਕੰਦਾ ਪਾਗਲ ਹੋ ਗਿਆ ਹੈ। ਭਾਈ ਪੰਡਤ ਮੁਕੰਦਾ ਪਾਗਲ ਹੋ ਗਿਆ ਹੈ। ਇਸ ਤਰ੍ਹਾਂ ਦਾ ਬੋਲ ਹਰ ਉਸ ਮਨੁੱਖ ਦੀ ਜ਼ੁਬਾਨ ਉੱਤੇ ਸੀ ਜਿਸ ਨੇ ਮੁਕੰਦੇ ਨੂੰ ਦੇਖਿਆ ਸੀ। ਲੋਕ ਇਕੱਠੇ ਹੋ ਗਏ ਤੇ ਰੌਲਾ ਵੱਧ ਗਿਆ। ਕਬੀਰ ਜੀ ਇਸ਼ਨਾਨ ਕਰਕੇ ਅਜੇ ਘਰ ਨਹੀਂ ਸੀ ਆਏ, ਅਜੇ ਰਾਹ ਦੇ ਵਿੱਚ ਹੀ ਸਨ ਕਿ ਮੁਕੰਦੇ ਦਾ ਉਹਨਾਂ ਨਾਲ ਫਿਰ ਮੇਲ ਹੋ ਗਿਆ। ਮੁਕੰਦੇ ਨੇ ਜੋ ਹੱਥ ਦੇ ਵਿੱਚ ਪੱਥਰ ਫੜਿਆ ਹੋਇਆ ਸੀ, ਵੱਟਾ ਫੜਿਆ ਹੋਇਆ ਸੀ, ਕਬੀਰ ਜੀ ਨੂੰ ਦੇਖਦੇ ਸਾਰ ਉਸਨੇ ਜ਼ੋਰ ਨਾਲ ਉਸ ਦੇ ਸਿਰ ਵਿੱਚ ਜੋ ਉਹ ਮਾਰਿਆ, ਉਹ ਪੱਥਰ ਮੱਥੇ ਵਿੱਚ ਵੱਜਣ ਕਰਕੇ ਇਹ ਟੁੱਟ ਕੇ ਭੌਂ ਤੇ ਡਿੱਗ ਪਿਆ। ਪਰ ਕਬੀਰ ਜੀ ਨੂੰ ਸੱਟ ਨਾ ਲੱਗੀ, ਕਿਉਂਕਿ ਕਬੀਰ ਦਾ ਰਾਖਾ ਆਪ ਰਾਮ ਸੀ, ਨਾ ਕਿ ਉਸ ਨੂੰ ਦਾਗ ਪਿਆ। ਇਸ ਤਰ੍ਹਾਂ ਵੱਜੀ ਕਿ ਜਿਵੇਂ ਭਗਤ ਕਬੀਰ ਜੀ ਨੂੰ ਸੱਟ ਨਾ ਲੱਗੀ, ਜਿਵੇਂ ਕੋਈ ਫੁੱਲ ਵੱਜਦਾ ਹੈ। ਲਹੂ ਨਾ ਨਿਕਲਿਆ। ਲੋਕ ਦੇਖ ਕੇ ਹੈਰਾਨ ਹੋਏ। ਉਹਨਾਂ ਪਹਿਲਾਂ ਤਾਂ ਇਹ ਸਮਝਿਆ ਕਿ ਸ਼ਾਇਦ ਕਬੀਰ ਜੀ ਡਿੱਗ ਪੈਣਗੇ। ਕਬੀਰ ਜੀ ਨੂੰ ਕ੍ਰੋਧ ਵੀ ਨਾ ਆਇਆ। ਉਹ ਆਪਣੇ ਸੁਭਾਅ ਦੇ ਅਨੁਸਾਰ ਮੁਸਕਰਾ ਪਏ ਤੇ ਬੋਲੇ, ਕਿਉਂ ਪੰਡਤ ਜੀ ਇੰਨੇ ਕ੍ਰੋਧਵਾਨ ਕਿਉਂ ਹੋ? ਇਹ ਆਖਣ ਦੀ ਢਿੱਲ ਹੀ ਸੀ ਕਿ ਮੁਕੰਦੇ ਦਾ ਗੁੱਸਾ ਲੱਥ ਗਿਆ। ਉਸ ਨੂੰ ਗਿਆਨ ਹੋ ਗਿਆ। ਉਸ ਦੇ ਕਪਾਟ ਖੁੱਲ ਗਏ। ਉਸ ਦੀ ਜਨਮ ਜਨਮ ਦੀ ਸੁੱਤੀ ਹੋਈ ਆਤਮਾ ਦੀ ਕਾਲਖ ਧੋਤੀ ਗਈ। ਗਿਆਨ ਹੋ ਗਿਆ ਕਿ ਜਿਸ ਨੂੰ ਪ੍ਰਮਾਤਮਾ ਰਾਮ ਰੱਖਦਾ ਉਸ ਨੂੰ ਕੋਈ ਮਾਰ ਨਹੀਂ ਸਕਦਾ। ਕੁੰਦਨ ਹੋ ਗਏ। ਪੰਡਤ ਮੁਕੰਦਾ ਕਬੀਰ ਜੀ ਦੇ ਚਰਨਾਂ ਉੱਤੇ ਡਿੱਗ ਪਿਆ। ਉਸ ਨੇ ਚਰਨ ਫੜ ਲਏ। ਲੋਕ ਵੀ ਨੇੜੇ ਪੁੱਜ ਗਏ ਤੇ ਚੁੱਪਚਾਪ ਦੇਖਣ ਲੱਗੇ ਕਿ ਕੌਤਕ ਕੀ ਹੁੰਦਾ ਹੈ। ਕਬੀਰ ਜੀ ਨੇ ਮੁਕੰਦੇ ਨੂੰ ਆਪਣੇ ਚਰਨਾਂ ਤੋਂ ਉਠਾਇਆ ਤੇ ਆਖਿਆ, ਮੁਕੰਦੇ ਉੱਠ, ਰਾਮ ਕਹੋ ਭਾਈ, ਰਾਮ ਕਹੋ। ਰਾਮ ਨੇ ਤੇਰੇ ਤੇ ਕਿਰਪਾ ਕੀਤੀ ਹੈ। ਰਾਮ ਦੀ ਮਹਿਮਾ ਕਰਿਆ ਕਰ, ਰਾਮ ਦਾ ਸਿਮਰਨ ਕਰਿਆ ਕਰ। ਪੰਡਤ ਮੁਕੰਦੇ ਨੂੰ ਸੰਬੋਧਨ ਕਰਕੇ ਕਬੀਰ ਜੀ ਨੇ ਇਹ ਬਚਨ ਉਚਾਰਨ ਕੀਤਾ, ਹਮ ਘਰ ਸੂਤ ਤਣੇ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਮੇਰੀ ਜਿਹਬਾ ਬਿਸ਼ਨ ਨੈਣ ਨਾਰਾਇਣ, ਹਿਰਦੈ ਬਸੇ ਗੋਬਿੰਦਾ, ਜਮ ਦਵਾਰ ਜਬ ਪੂਛਸ ਬਬਰੇ, ਬਬਰੇ ਤਬ ਕਿਆ ਕਹਿਸ ਮੁਕੰਦਾ। ਰਹਾਉ ਹਮ ਗੋਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ, ਕਬਹੂ ਨਾ ਪਾਰ ਉਤਾਰ ਚੁਰਾਇਓ, ਕੈਸੇ ਖਸਮ ਹਮਾਰੇ। ਤੂੰ ਬਾਹਮਣ ਮੈਂ ਕਾਸੀ ਕਾ ਜੁਲਾਹਾ, ਬੂਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ, ਹਰਸਿਓ ਮੋਰ ਧਿਆਨਾ। ਜੋ ਆਸਾ ਰਾਗ ਵਿੱਚ ਭਗਤ ਜੀ ਦੇ ਇਹ ਪਾਵਨ ਬਚਨ ਹਨ। ਭਾਵ ਕਿ ਇਹ ਪੰਡਤੋ, ਸਾਡੇ ਘਰਾਂ ਵਿੱਚ ਤਾਂ ਸੂਤਰ ਦੀਆਂ ਤਾਣੀਆਂ ਤਣੀਆਂ ਜਾਂਦੀਆਂ ਹਨ। ਤੁਸੀਂ 2 ਕੋ ਰੱਤੀਆਂ ਸੂਤ ਗਲ ਵਿੱਚ ਪਾ ਕੇ ਆਖਦੇ ਹੋ ਕਿ ਜਨੇਊ ਪਾਇਆ ਹੋਇਆ ਹੈ। ਅਸੀਂ ਬ੍ਰਾਹਮਣ ਹਾਂ, ਉੱਚੀ ਜਾਤ ਦੇ ਹਾਂ, ਤੇ ਸਾਡੇ ਘਰੇ ਤਾਂ ਸੂਤ ਦੀਆਂ ਤਾਣੀਆਂ ਤਣੀਆਂ ਜਾਂਦੀਆਂ ਹਨ। ਤੁਸੀਂ ਤਾਂ ਸਿਰਫ ਇੱਕ ਤੰਦ ਹੀ ਪਾਈ ਫਿਰਦੇ ਹੋ, ਅਸੀਂ ਤਾਂ ਤਾਣੀਆਂ ਚੁੱਕੀ ਫਿਰਦੇ ਹਾਂ। ਮੇਰੀ ਜ਼ੁਬਾਨ ਤਾਂ ਪ੍ਰਭੂ ਦਾ ਨਾਮ ਜਪਦੀ ਹੈ, ਅੱਖਾਂ ਵਿੱਚ ਨਰਾਇਣ ਵਸਦਾ ਹੈ। ਇਹ ਮੁਕੰਦੇ, ਜਦੋਂ ਪ੍ਰਮਾਤਮਾ ਤੇਰੇ ਕੋਲੋਂ ਪੁੱਛੇਗਾ ਤਾਂ ਦੱਸ ਕੀ ਉੱਤਰ ਦੇਵੇਂਗਾ। ਜਮ ਦਵਾਰ ਜਬ ਪੂਛਸ ਬਵਰੇ, ਤਬ ਕਿਆ ਕਹਿਸ ਮੁਕੰਦਾ, ਤੂੰ ਕੀ ਉੱਤਰ ਦੇਵੇਂਗਾ। ਅਸੀਂ ਤਾਂ ਗਵਾਰ ਸੀ, ਤੁਸੀਂ ਸਾਡੇ ਰਾਖੇ ਮਾਲਕ ਬਣ ਰਹੇ, ਪਰ ਹਜ਼ਾਰਾਂ ਸਾਲ ਤੋਂ ਤੁਸਾਂ ਨੇ ਸਾਡਾ ਕੋਈ ਪਾਰ ਉਤਾਰਾ ਨਹੀਂ ਕੀਤਾ। ਤੂੰ ਤਾਂ ਬ੍ਰਾਹਮਣ ਹੈ, ਮੈਂ ਤਾਂ ਕਾਂਸੀ ਦਾ ਜੁਲਾਹਾ ਹਾਂ। ਮੇਰੇ ਗਿਆਨ ਨੂੰ ਸਮਝ, ਤੂੰ ਸਦਾ ਰਾਜਿਆਂ ਦੀ ਝਾਕ ਰੱਖਦਾ ਹੈ।
ਤੂੰ ਸਦਾ ਪਰਾਏ ਧਨ ਦੀ ਝਾਕ ਰੱਖਦਾ ਹੈ ਕਿ ਮੈਂ ਉੱਥੇ ਕਥਾ ਕਰਾਂਗਾ, ਉੱਥੇ ਮੈਨੂੰ ਧਨ ਮਿਲੇਗਾ। ਤੂੰ ਰਾਜਿਆਂ ਵੱਲ ਤੱਕਦਾ ਹੈ, ਪਰ ਅਸਾਂ ਦਾ ਧਿਆਨ ਤਾਂ ਉਹ ਪ੍ਰਭੂ ਪਰਮਾਤਮਾ ਵੱਲ ਹੈ। ਅਸੀਂ ਉਸ ਪਰਮੇਸ਼ਵਰ ਦਾ, ਉਸ ਰਾਮ ਦਾ, ਉਸ ਪਰਮਾਤਮਾ ਦਾ ਆਸਰਾ ਤੱਕਦੇ ਹਾਂ। ਅਸੀਂ ਰਾਤ ਦਿਨ ਉਹਦੇ ਕੋਲੋਂ ਮੰਗਦੇ ਹਾਂ ਕਿ ਤੂੰ ਰਾਜਿਆਂ ਕੋਲੋਂ ਮੰਗਦਾ ਹੈ, ਸੰਸਾਰੀ ਰਾਜਿਆਂ ਕੋਲੋਂ। ਤੂੰ ਉਸ ਪਰਮਾਤਮਾ ਤੋਂ, ਪ੍ਰਭੂ ਤੋਂ, ਰਾਮ ਤੋਂ ਮੰਗਿਆ ਕਰ ਜਿਹਦੇ ਤੋਂ ਅਸੀਂ ਮੰਗਦੇ ਹਾਂ। ਇਸ ਤਰ੍ਹਾਂ ਮੁਕੰਦੇ ਪੰਡਤ ਨੂੰ ਜੋ ਭਗਤ ਜੀ ਨੇ ਬਚਨ ਕੀਤੇ ਤੇ ਉਸ ਨੂੰ ਗਿਆਨ ਹੋ ਗਿਆ, ਉਹ ਰਾਜੀ ਬਾਜੀ ਪੰਡਤਾਣੀ ਨਾਲ ਘਰ ਗਿਆ, ਅੱਗੇ ਤੋਂ ਕਬੀਰ ਜੀ ਦਾ ਭਗਤ ਬਣ ਗਿਆ। ਐਸੀ ਰਾਮ ਦੀ ਕਿਰਪਾ ਹੋਈ, ਪਰਮੇਸ਼ਵਰ ਦੀ ਕਿਰਪਾ ਹੋਈ ਕਿ ਉਸ ਮੁਕੰਦੇ ਪੰਡਤ ਨੂੰ ਜੋ ਗਿਆਨ ਹੋ ਗਿਆ ਸੀ। ਸੋ ਇਹ ਸੀ ਪਿਆਰਿਓ ਜੋ ਭਗਤ ਕਬੀਰ ਜੀ ਤੇ ਪੰਡਤਾਂ ਦੇ ਨਾਲ ਜੋ ਜਾਤੀਵਾਦ ਦੇ ਬਚਨ ਤੇ ਉਸ ਪੰਡਤ ਮੁਕੰਦੇ ਨੂੰ ਗਿਆਨ ਦੇਣਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।